मैं हाँ चंचल मनोहर सिंह, तुसी देख रहे हो अमृत प्रसार। आप सब जी का बहुत बहुत स्वागत है। अज असी तुहाडे कोल लैके आए हाँ एक डेकोरेटिड सत्कारत पत्रकार प्रभजीत सिंह जी, जो कि आज़ाद पत्रकारी दिल्ली तो करते हैं ਅਤੇ एक बहुत ਵੱਡੇ मैगजीन नाल जिदा ना कारवां है ਅਤੇ बड़ा सत्कारत इंटरनेशनल लैवल का हैगा, ਉਹਦੇ ਨਾਲ एज ए ਕੰਟਰੀਬਿਊਟਰ जर्नलिस्ट जुड़े हुए हैं। इन्हां दी सब तो वड्डी प्राप्ति ये है कि इन्हां नूं एशियन कॉलेज ऑफ जर्नलिज्म चेन्नई ने, जिहड़ा कि देश का बहुत वड्डा मीडिया का इंस्टीट्यूट है जिथे जर्नलिस्ट ट्रेंड किए जाते हैं, उसने अवार्ड ऑफ एक्सीलेंस इन इन्वेस्टिगेटिव जर्नलिज्म दिता है। चंडीगढ़ विच हुण तीकन 3 जर्नलिस्टां नूं ਵੱਖ-ਵੱਖ संस्थावां ने सन्मानित किया है और प्रभजीत सिंह जी तिन्नां विचों एक ਹਨ जिन्हां नूं भारत की सब तो वड्डी संस्था ने सन्मानित किया है। इन्हां नूं 2 लाख रुपए का नाल उहदे अवार्ड भी मिलिया है। तो इन्हां ने हुण तीकन 27 साल जर्नलिज्म किया है। ये बड़े ईमानदार पत्रकार हैं और ये बड़ी निरपैख निरभौ इन्हां दी रिपोर्टिंग है, जिस करके साडा मन किया कि इन्हां नूं बुला के ते इन्हां दी इंटरव्यू राहीं तुहानूं पत्रकारां दर्शकां नूं अते देश के पत्रकारां नूं दसीए कि ये पत्रकारां बारे की सोचते हैं। प्रभजीत सिंह जी, तुसी दिल्ली तो चल के सानूं इंटरव्यू देण आए हो, असी तुहाडा बहुत बहुत स्वागत करते हैं ਅਤੇ तह दिलों तुहाडा अमृत प्रसार अदारा ਧੰਨਵਾਦ ਕਰਦਾ ਹੈ ਜੀ। ਧੰਨਵਾਦ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ, ਸਾਰਿਆਂ ਦਾ, ਵੀ ਮੈਨੂੰ ਮੌਕਾ ਲੱਗਿਆ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਤੁਹਾਡੇ ਨਾਲ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇੱਕ ਲੰਬਾ ਸਮਾਂ 15 ਸਾਲ ਪੰਜਾਬ ਵਿੱਚ ਜਰਨਲਿਜ਼ਮ ਕੀਤਾ ਹੈ, ਚੰਡੀਗੜ੍ਹ 'ਚ ਏਜੰਸੀ 'ਚ ਵੀ, ਅਖਬਾਰਾਂ 'ਚ ਵੀ, ਔਰ ਖਾਸ ਤੁਸੀਂ ਡਿਸਟ੍ਰਿਕਟ ਲੈਵਲ 'ਤੇ ਵੀ ਰਹੇ ਹੋ। ਇੱਥੋਂ ਦੇ ਤੁਹਾਡੇ ਜਿਹੜੇ ਅਨੁਭਵ ਹਨ ਪੱਤਰਕਾਰਤਾ ਬਾਰੇ, ਉਸ ਦੇ ਪੱਧਰ ਦੇ, ਉਹਦੀ ਐਥਿਕਸ ਦੇ, ਅਤੇ ਦਿੱਲੀ ਵਿੱਚ ਜੋ ਤੁਸੀਂ 12 ਸਾਲ ਤੋਂ ਜਰਨਲਿਜ਼ਮ ਕਰ ਰਹੇ ਹੋ ਇਨਵੈਸਟੀਗੇਟਿਵ, ਉੱਥੋਂ ਦੇ ਪੱਤਰਕਾਰਤਾ ਬਾਰੇ ਤੁਹਾਡੇ ਕੀ ਅਨੁਭਵ ਹੈ? ਮੈਂ ਚਾਹਾਂਗਾ ਤੁਸੀਂ ਦੋਨਾਂ ਦਾ ਥੋੜ੍ਹਾ ਜਿਹਾ ਸਾਨੂੰ ਦਰਸ਼ਕਾਂ ਨੂੰ ਕੰਪੈਰੀਜ਼ਨ ਕਰਕੇ ਦੱਸੋ ਵੀ ਕੀ ਅੰਤਰ ਹੈ। ਦੇਖੋ, ਜਰਨਲਿਜ਼ਮ ਫੀਲਡ ਦੇ ਅੰਦਰ ਜਿਹੜਾ ਜਰਨਲਿਜ਼ਮ, ਦਿੱਲੀ ਦਾ ਜਰਨਲਿਜ਼ਮ ਹੈ, ਇੱਕ ਨੈਸ਼ਨਲ ਕੈਪੀਟਲ ਹੈ, ਉਹ ਉੱਥੇ ਬਹੁਤ ਵੱਡੇ ਇੰਟਰਨੈਸ਼ਨਲ ਲੈਵਲ ਦੇ, ਨੈਸ਼ਨਲ ਲੈਵਲ ਦੇ ਅਦਾਰੇ ਨੇ, ਅਤੇ ਜਿਹੜੇ ਦਿੱਲੀ ਦੇ ਜਰਨਲਿਸਟ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਐਕਸਪੋਜ਼ਰ ਹੈ। ਅਤੇ ਉੱਥੇ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ, ਇਹ ਵੱਡੇ ਅਦਾਰੇ ਨੇ, ਬਹੁਤ ਵੱਡੇ ਅਦਾਰੇ ਨੇ। ਇਨਫੈਕਟ ਸਭ ਤੋਂ ਵੱਡੇ ਅਦਾਰੇ ਨੇ, ਇਹਨਾਂ ਦੇ ਹਿੰਦੀ ਦੇ ਐਡੀਸ਼ਨਸ ਵੀ ਨਿਕਲਦੇ ਨੇ, ਔਰ ਇਹਨਾਂ ਦੇ ਘੱਟੋ ਘੱਟ 15 ਐਡੀਸ਼ਨ ਜਿਹੜੇ ਨੇ ਉਹ ਸਟੇਟ ਵਾਈਜ਼ ਨਿਕਲਦੇ ਨੇ। ਕੋਈ ਬੰਬੇ ਐਡੀਸ਼ਨ, ਚੰਡੀਗੜ੍ਹ ਐਡੀਸ਼ਨ, ਕੋਲਕਾਤਾ ਐਡੀਸ਼ਨ। ਅਤੇ ਜਿਹੜਾ ਸਭ ਤੋਂ ਇਮੀਡੀਏਟਲੀ ਜਿਹੜੀ ਮੇਰੇ ਧਿਆਨ 'ਚ ਆਉਂਦੀ ਹੈ ਜਰਨਲਿਸਟਾਂ ਨੂੰ ਲੈ ਕੇ, ਜਿਵੇਂ ਪੰਜਾਬ ਦੇ ਜਰਨਲਿਸਟ ਔਰ ਦਿੱਲੀ ਦੇ ਜਰਨਲਿਸਟਾਂ, ਜੇ ਅਸੀਂ ਡਿਫਰੈਂਸ਼ੀਏਟ ਕਰੀਏ, ਉਹਦੇ 'ਚ ਇਹ ਹੈ ਕਿ ਜਿਹੜਾ ਚੰਡੀਗੜ੍ਹ 'ਚ ਬੈਠੇ ਜਰਨਲਿਸਟ ਨੇ ਜਾਂ ਅੰਮ੍ਰਿਤਸਰ 'ਚ ਬੈਠੇ ਜਰਨਲਿਸਟ ਨੇ, ਉਹਨਾਂ ਦੀ ਜਿਹੜੀਆਂ ਖਬਰਾਂ ਨੇ, ਉਹਨਾਂ ਦੀ ਜਿਹੜੀਆਂ ਸਟੋਰੀਜ਼ ਨੇ, ਕੋਈ ਅੱਛੀ ਸਟੋਰੀਜ਼ ਨੇ, ਉਹ ਚੰਡੀਗੜ੍ਹ ਐਡੀਸ਼ਨ 'ਚ ਹੀ ਦਬ ਕੇ ਰਹਿ ਜਾਂਦੀਆਂ ਨੇ। ਇਸੇ ਤਰ੍ਹਾਂ ਵੈਸਟ ਬੰਗਾਲ ਜਿਹੜਾ ਪੱਤਰਕਾਰ ਬੈਠਾ, ਉਹਦੀਆਂ ਸਟੋਰੀਜ਼ ਕੋਲਕਾਤਾ ਦੇ ਐਡੀਸ਼ਨ 'ਚ ਹੀ ਦਬ ਕੇ ਰਹਿ ਜਾਂਦੀਆਂ ਨੇ। ਨਾਗਪੁਰ ਜਿਹੜਾ ਪੱਤਰਕਾਰ ਬੈਠਾ, ਉਹਦੀ ਬੰਬੇ ਐਡੀਸ਼ਨ 'ਚ ਹੀ ਦਬ ਕੇ ਰਹਿ ਜਾਂਦੀਆਂ ਨੇ। ਇਹਦਾ ਮੇਨ ਕਾਰਨ ਇਹ ਹੈ ਕਿ ਜਿਹੜੇ ਵੱਡੇ ਅਦਾਰੇ ਨੇ, ਵੱਡੇ ਅਖਬਾਰ ਨੇ, ਜਿਹੜੇ ਲੋਕ ਪੜ੍ਹਦੇ ਨੇ, ਈਵਨ ਕਿ ਨਵਭਾਰਤ ਟਾਈਮਸ, ਜਨਸੱਤਾ ਇੱਕ ਆਪਣੇ ਆਪ ਤੁਹਾਡੇ ਸਮੇਂ 'ਚ ਦਾ ਬਹੁਤ ਵੱਡਾ ਇਨਵੈਸਟੀਗੇਟਿਵ ਜਰਨਲਿਜ਼ਮ ਆਫ ਕਰੇਜ, ਇੰਡੀਅਨ ਐਕਸਪ੍ਰੈਸ ਦਾ ਹਿੰਦੀ ਐਡੀਸ਼ਨ ਸੀ ਜਨਸੱਤਾ, ਇਹ ਲੋਕ ਪੜ੍ਹਦੇ ਸੀ। ਉਸੇ ਤਰ੍ਹਾਂ ਅੱਜ ਕੱਲ੍ਹ ਨਵਭਾਰਤ ਟਾਈਮਸ ਪੜ੍ਹਦੇ ਨੇ ਜਿਹੜੇ ਹਿੰਦੀ ਬੈਲਟ ਹੈ, ਔਰ ਇੰਗਲਿਸ਼ ਜਿਹੜੇ 3 ਵੱਡੇ ਅਦਾਰੇ ਨੇ। ਜਿਹੜਾ ਸਭ ਤੋਂ ਵੱਡਾ ਮੈਨੂੰ ਇੱਕ ਗੈਪ ਨਜ਼ਰ ਆਉਂਦਾ, ਉਹ ਇਹ ਆਉਂਦਾ ਕਿ ਇੰਨੇ ਐਡੀਸ਼ਨਾਂ ਦੇ ਹੋਣ ਦੇ ਕਾਰਨ ਬੰਬੇ 'ਚ ਕੀ ਹੋਇਆ ਜਾਂ ਨਾਗਪੁਰ 'ਚ ਕੀ ਹੋਇਆ, ਉਹ ਕਲਕੱਤਾ ਦੇ ਰੀਡਰ ਨੂੰ, ਉਸੇ ਅਖਬਾਰ ਦੇ ਰੀਡਰ ਨੂੰ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਕੇਰਲਾ 'ਚ ਕੀ ਹੋ ਰਿਹਾ ਉਹ ਚੰਡੀਗੜ੍ਹ ਬੈਠੇ ਦੇ ਹਿੰਦੁਸਤਾਨ ਟਾਈਮਸ ਦੇ ਰੀਡਰ ਨੂੰ ਨਹੀਂ ਪਤਾ ਲੱਗਦਾ, ਕਿਉਂਕਿ
ਖਬਰਾਂ ਨੂੰ ਇੱਕ ਸੀਮਿਤ ਕਰ ਦਿੱਤਾ ਜਾਂਦਾ ਹੈ ਇੱਕ ਰੀਜਨ ਤੱਕ ਹੀ। ਤੇ ਦੂਸਰੇ ਪਾਸੇ ਇਹਦਾ ਇੱਕ ਕਾਰਨ ਇਹ ਹੈ ਕਿ ਮੰਨ ਲਓ 120 ਕਾਲਮ ਜਾਂ 110 ਕਾਲਮ ਜੇ ਅਖਬਾਰ ਦੇ ਨੇ, ਉਹਦੇ 'ਚੋਂ 70-80 ਕਾਲਮ ਤਾਂ ਐਡਵਰਟਾਈਜ਼ਮੈਂਟ ਲੈ ਜਾਂਦੀ ਹੈਗੀ ਹੈ। ਇਹ ਟਰੈਂਡ ਮੇਰੇ ਖਿਆਲ ਹੁਣ 20 ਵਰੇ ਹੋ ਗਏ ਟਰੈਂਡ ਸ਼ੁਰੂ ਹੋਏ ਨੂੰ, ਤੇ ਹੁਣ ਪ੍ਰਿੰਟ ਜਰਨਲਿਜ਼ਮ ਦਾ ਜ਼ਮਾਨਾ ਜਿਹੜਾ ਹੈ ਉਹ ਥੋੜ੍ਹਾ ਅੱਗੇ ਲੰਘ ਰਿਹਾ ਹੈ ਔਰ ਉਹ ਥੋੜ੍ਹਾ ਫੇਡ ਹੋ ਰਿਹਾ ਹੈ, ਔਰ ਇਲੈਕਟ੍ਰੋਨਿਕ ਚੈਨਲਸ ਦਾ ਫਿਰ ਦੌਰ ਆਇਆ। ਇਲੈਕਟ੍ਰੋਨਿਕ ਚੈਨਲ ਸਭ ਤੋਂ ਪਹਿਲਾਂ NDTV ਵੱਡਾ ਪ੍ਰਾਈਵੇਟ ਨਿਊਜ਼ ਚੈਨਲ, ਦੂਰਦਰਸ਼ਨ ਤੋਂ ਬਾਅਦ, ਜਿਸ ਤਰ੍ਹਾਂ ਕਿ ਨਹੀਂ, ਮੈਂ ਇਹ ਤੁਸੀਂ ਨਾ ਹਿਸਟਰੀ ਦੇ ਰਹੇ ਹੋ, ਬਰੀਫ ਹਿਸਟਰੀ ਬਹੁਤ ਅੱਛੀ ਦਿੱਤੀ ਹੈ। ਮੇਰਾ ਸਵਾਲ ਇਹ ਹੈ ਕਿ ਵੀ ਪੰਜਾਬ ਵਿੱਚ ਜੋ ਪੱਤਰਕਾਰਤਾ ਹੋ ਰਹੀ ਹੈ ਤੇ ਜੋ ਪੱਤਰਕਾਰਤਾ ਦਿੱਲੀ ਵਿੱਚ ਹੋ ਰਹੀ ਹੈ, ਉਸ ਦਾ ਪੱਧਰ ਕੀ ਹੈ ਔਰ ਉਹਦੇ ਵਿੱਚ ਉਹਨੂੰ ਤੁਸੀਂ ਐਥੀਕਲੀ ਕੀ ਸਮਝਦੇ ਹੋ ਕਿ ਉਹ ਦੋਨਾਂ ਵਿੱਚੋਂ ਬਿਹਤਰ ਕਿਹੜਾ ਹੈ? ਕੋਈ ਐਥਿਕਸ ਆਫ ਜਰਨਲਿਜ਼ਮ ਨੂੰ ਦਿੱਲੀ ਵਾਲੇ ਮੰਨ ਰਹੇ ਹਨ ਜਾਂ ਪੰਜਾਬ ਵਾਲੇ ਮੰਨ ਰਹੇ ਕਿ ਕੋਈ ਵੀ ਨਹੀਂ ਮੰਨ ਰਿਹਾ? ਇਸ ਬਾਰੇ ਦਰਸ਼ਕਾਂ ਨੂੰ ਜਰਾ ਸਾਂਝ ਪਾਓ ਤੁਸੀਂ। ਜਦੋਂ ਅਸੀਂ ਪੰਜਾਬ ਦੇ ਜਰਨਲਿਸਟ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਪ੍ਰਾਇਰਟੀ 'ਤੇ ਇੱਕ ਗੱਲ ਫਰੈਂਕਲੀ ਸਪੀਕਿੰਗ ਇਹ ਰੱਖਣੀ ਪਏਗੀ ਕਿ ਜਿਹੜੇ ਪੰਜਾਬ ਦੇ ਪੱਤਰਕਾਰ ਨੇ ਉਹ ਇਕੱਲੀ ਅੰਗਰੇਜ਼ੀ ਪੱਤਰਕਾਰੀ ਨਾਲ ਹੀ ਨਹੀਂ ਜੁੜੇ, ਉਹ ਆਪਣੀ ਮਾਂ ਬੋਲੀ ਪੰਜਾਬੀ ਪੱਤਰਕਾਰੀ ਨਾਲ ਜੁੜੇ ਨੇ। ਅਤੇ ਜਿਸ ਤਰ੍ਹਾਂ ਕਿ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਨੇ, ਅਤੇ ਇਸੇ ਤਰ੍ਹਾਂ ਪੰਜਾਬ ਕੇਸਰੀ, ਹਿੰਦ ਸਮਾਚਾਰ ਗਰੁੱਪ ਆਫ ਨਿਊਜ਼ਪੇਪਰਸ, ਇਹ ਦੋ ਜਿਨ੍ਹਾਂ ਦਾ ਜਗਬਾਣੀ ਪੰਜਾਬੀ ਅਖਬਾਰ ਨਿਕਲਦਾ ਅਤੇ ਪੰਜਾਬ ਕੇਸਰੀ ਹਿੰਦੀ ਨਿਕਲਦਾ ਹੈ। ਅਤੇ ਇਸ ਤਰ੍ਹਾਂ ਦੇ ਅਦਾਰਿਆਂ ਨੂੰ ਸਾਨੂੰ ਧਿਆਨ 'ਚ ਰੱਖਣਾ ਹੀ ਪਏਗਾ ਜਦੋਂ ਅਸੀਂ ਫੇਟ ਡਿਸਕ੍ਰਾਈਬ ਕਰਾਂਗੇ, ਜਦੋਂ ਅਸੀਂ ਐਕਸਪਲੇਨ ਕਰਾਂਗੇ ਕਿ ਪੱਤਰਕਾਰ ਦਾ ਕੀ ਰੋਲ ਹੈ, ਪੰਜਾਬ ਦੇ ਪੱਤਰਕਾਰ ਨੂੰ ਕੀ ਸਹੂਲਤਾਂ ਮਿਲਦੀਆਂ ਨੇ। ਸਭ ਤੋਂ ਵੱਡੀ ਗੱਲ ਤਾਂ ਸੈਲਰੀ 'ਤੇ ਆਉਂਦੀ ਹੈ। ਜਿਹੜੀ ਦਿੱਲੀ ਦੀ ਪੱਤਰਕਾਰੀ ਹੈ, ਉੱਥੇ ਅਦਾਰਿਆਂ ਦੀ ਕਿਤੇ ਨਾ ਕਿਤੇ ਅਕਾਊਂਟੇਬਿਲਿਟੀ ਬਣਦੀ ਹੈ। ਇੱਕ ਤਾਂ ਮੈਨੂੰ ਸਭ ਤੋਂ ਵੱਡਾ ਇਹ ਫ਼ਰਕ ਮਹਿਸੂਸ ਹੈ, ਮਤਲਬ ਇਹ ਫ਼ਰਕ ਨਜ਼ਰ ਆ ਰਿਹਾ ਹੈ, ਕਿਉਂਕਿ ਜਿਹੜੇ ਪੰਜਾਬ ਦੀ ਪੱਤਰਕਾਰੀ ਇਕੱਲੇ ਚੰਡੀਗੜ੍ਹ ਦੀ ਪੱਤਰਕਾਰੀ ਨੂੰ ਨਹੀਂ ਅਸੀਂ ਮੰਨ ਸਕਦੇ। ਪੰਜਾਬ ਦੀ ਪੱਤਰਕਾਰੀ ਦਾ ਮਤਲਬ ਇਹ ਹੋਇਆ, ਪੰਜਾਬ ਦੇ ਪੱਤਰਕਾਰਾਂ ਦਾ ਮਤਲਬ ਇਹ ਹੋਇਆ, ਉਹ ਪੱਤਰਕਾਰ, ਅਜੀਤ ਅਖਬਾਰ ਦਾ ਉਹ ਪੱਤਰਕਾਰ, ਜਾਂ ਜਗਬਾਣੀ ਅਖਬਾਰ ਦਾ ਉਹ ਪੱਤਰਕਾਰ, ਜਾਂ ਦੈਨਿਕ ਭਾਸਕਰ ਦਾ ਉਹ ਪੱਤਰਕਾਰ ਜਿਹੜਾ ਅੰਮ੍ਰਿਤਸਰ ਬੈਠਾ ਹੈ, ਜਿਹੜਾ ਬਠਿੰਡੇ ਬੈਠਾ ਹੈ, ਜਿਹੜਾ ਜਲੰਧਰ ਬੈਠਾ ਹੈ, ਅਤੇ ਉਹਨੂੰ ਕਿੰਨੇ ਪੈਸੇ ਦੇ ਰਹੇ ਨੇ ਅਦਾਰੇ। ਸਭ ਤੋਂ ਵੱਡੀ ਗੱਲ ਤਾਂ ਮੈਨੂੰ ਜਿਹੜਾ ਲੌਜਿਸਟਿਕ ਸਪੋਰਟ ਹੈ ਉਹ ਪੰਜਾਬ ਦੇ ਪੱਤਰਕਾਰਾਂ ਨੂੰ ਉਹਨਾਂ ਨਹੀਂ ਮਿਲ ਪਾ ਰਿਹਾ ਜੋ ਕਿ ਦਿੱਲੀ ਦੇ ਬੈਠੇ ਪੱਤਰਕਾਰਾਂ ਨੂੰ ਮਿਲ ਰਿਹਾ ਹੈ। ਦੂਸਰੀ ਬਾਰੇ ਜਿਹੜਾ ਤੁਸੀਂ ਲੌਜਿਸਟਿਕ ਸਪੋਰਟ ਦੀ ਗੱਲ ਕਰਦੇ ਹੋ, ਜੀ ਤਨਖਾਹਾਂ ਵੀ ਆ ਗਈਆਂ, ਹੋਰ ਫੈਸਿਲਿਟੀਜ਼ ਵੀ ਆ ਗਈਆਂ, ਉਹਦੇ ਵਿੱਚ ਜਿਹੜੀ ਪੱਤਰਕਾਰਤਾ ਦੀ ਰਿਪੋਰਟਿੰਗ ਦਾ ਪੱਧਰ ਕੀ ਉੱਭਰ ਕੇ ਆਉਂਦਾ ਸਾਹਮਣੇ? ਤੁਹਾਨੂੰ ਕੀ ਨਜ਼ਰ ਆਉਂਦਾ ਹੈ ਪੰਜਾਬ ਵਿੱਚ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਉਹ ਐਥੀਕਲੀ ਮਿਆਰੀ ਪੱਤਰਕਾਰੀ ਹੋ ਰਹੀ ਹੈ ਕਿ ਨਹੀਂ ਹੋ ਰਹੀ? ਦਿੱਲੀ ਦੀ ਜ਼ਿਆਦਾ ਮਿਆਰੀ ਹੋ ਰਹੀ ਹੈ ਜਾਂ ਦਿੱਲੀ ਵਿੱਚ ਸਾਰਾ ਗੋਦੀ ਮੀਡੀਆ ਹੀ ਭਰ ਗਿਆ, ਅਖਬਾਰਾਂ 'ਚ ਵੀ ਅਤੇ ਸਭ ਜਗ੍ਹਾ TV ਚੈਨਲਾਂ 'ਤੇ ਵੀ? ਉਹਦਾ ਮੈਂ ਜਾਣਨਾ ਚਾਹੁੰਦਾ ਦਰਸ਼ਕਾਂ ਲਈ ਕਿ ਤੁਸੀਂ ਦੱਸੋ ਕਿ ਪੰਜਾਬ ਦੀ ਪੱਤਰਕਾਰੀ ਦਾ ਮਿਆਰ ਕੀ ਹੈ ਤੇ ਦਿੱਲੀ? ਦੇਖੋ, ਜਿੱਥੇ ਤੱਕ ਐਥਿਕਸ ਦਾ ਸਵਾਲ ਹੈ, ਜਿਹੜੇ ਮੇਨ ਸਟਰੀਮ ਅਦਾਰੇ ਜਿਹੜੇ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਸ ਜਿਹੜੇ ਦਿੱਲੀ ਬੈਠੇ ਨੇ, ਜਾਂ ਮੇਨ ਸਟਰੀਮ ਅਦਾਰੇ ਜਿਹੜੇ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਔਰ ਹਿੰਦ ਸਮਾਚਾਰ ਜਾਂ ਦੈਨਿਕ ਭਾਸਕਰ ਜਿਹੜੇ ਚੰਡੀਗੜ੍ਹ ਬੈਠੇ ਨੇ ਜਾਂ ਜਲੰਧਰ ਬੈਠੇ ਨੇ, ਇਹਨਾਂ 'ਤੇ ਐਥਿਕਸ ਦੀ ਗੱਲ ਹੈ ਕਿ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗ ਰਿਹਾ ਹੈਗਾ। ਉਹਦੇ 'ਚ ਵਾਈ ਐਂਡ ਹਾਊ ਟੋਟਲ ਮਿਸਿੰਗ। ਕੋਈ ਘਟਨਾ ਵਾਪਰਦੀ ਹੈ, ਉਹ ਘਟਨਾ ਜਿਵੇਂ ਹੁਣ ਜ਼ੀਰੇ ਦੀ ਘਟਨਾ ਹੋਈ ਹੈ, ਜ਼ੀਰਾ ਸ਼ਰਾਬ ਦੀ ਫੈਕਟਰੀ ਦੀ ਇੱਕ ਘਟਨਾ ਵਾਪਰੀ ਹੈ, ਉਹਦੇ 'ਚ ਇਹ ਕਿਉਂ ਹੋਇਆ, ਕਿਵੇਂ ਹੋਇਆ, ਉਹਦੀ ਜਿਹੜੀ ਇਨਵੈਸਟੀਗੇਟਿਵ ਪਾਰਟ ਹੈ, ਉਹ ਇਨਵੈਸਟੀਗੇਟਿਵ ਪਾਰਟ ਵੱਡੇ ਅਖਬਾਰਾਂ ਨੇ ਚੰਗੇ ਤਰੀਕੇ ਨਾਲ ਉਹਨੂੰ ਲੋਕਾਂ ਨੂੰ ਦੱਸਣ 'ਚ ਕਾਮਯਾਬ ਨਹੀਂ ਹੋਏ, ਅਤੇ ਜਿਹੜੀ ਓਬਜੈਕਟਿਵਿਟੀ ਹੈ ਉਹ ਮਿਸਿੰਗ ਹੈ ਦਿੱਲੀ ਦੇ ਪੱਤਰਕਾਰੀ 'ਚ ਔਰ ਪੰਜਾਬ ਦੇ ਪੱਤਰਕਾਰੀ 'ਚ ਵੀ। ਹਾਂ, ਇੱਕ ਇੱਥੇ ਫਰਕ ਜਿਹੜਾ ਹੈ, ਇੱਕ ਆਲਟਰਨੇਟਿਵ ਮੀਡੀਆ ਬਹੁਤ ਵੱਡੇ ਪੱਧਰ 'ਤੇ ਉੱਭਰ ਕੇ ਦਿੱਲੀ 'ਚ ਆਇਆ ਹੈ। ਕਾਰਵਾਂ ਮੈਗਜ਼ੀਨ ਜਿਹਦੇ ਅਦਾਰੇ ਨਾਲ ਮੈਂ ਜੁੜਿਆ, ਸਕਰੋਲ, ਦ ਵਾਇਰ, ਕੁਇੰਟ, ਇਹ ਉਸ ਤਰ੍ਹਾਂ ਦੇ ਡਿਜੀਟਲ ਮੀਡੀਆ ਦੇ ਅਦਾਰੇ ਨੇ ਜਿਹੜੇ ਕਿ ਬਹੁਤ ਹੀ ਗਹਿਰਾਈ ਨਾਲ, ਡੂੰਘੇ ਤਰੀਕੇ ਨਾਲ ਇਨਵੈਸਟੀਗੇਟਿਵ ਜਰਨਲਿਜ਼ਮ ਨੂੰ
ਮਤਲਬ ਉਭਾਰ ਕੇ ਲੈ ਕੇ ਤੁਹਾਡਾ ਆਏ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਪੋਰਟਲ ਨਿਊਜ਼ ਪੋਰਟਲ ਹਨ ਉਹਨਾਂ ਵਿੱਚ ਰਿਪੋਰਟਿੰਗ ਮਿਆਰੀ ਹੋ ਰਹੀ ਹੈ, ਤੇ ਜਿਹੜੀ ਨਿਊਜ਼ਪੇਪਰ ਹਨ ਚਾਹੇ ਉਹ ਬੜੇ ਪੁਰਾਣੇ ਵੀ ਹਨ, ਉਹਨਾਂ ਦੀ ਪਿੱਛੇ 100 ਸਾਲ ਦੀ ਹਿਸਟਰੀ ਵੀ ਹੈ, 75 ਦੀ, ਉਹਨਾਂ ਦੀ ਜਿਹੜੀ ਰਿਪੋਰਟਿੰਗ ਹੈ ਉਹ ਮਿਆਰੀ ਨਹੀਂ। ਤੇ ਪੰਜਾਬ ਦੇ ਵਿੱਚ ਕੋਈ ਅਜਿਹਾ ਪੋਰਟਲ ਨਹੀਂ ਜੋ ਵਾਇਰ ਦਾ, ਸਕਰੋਲ ਦਾ ਜਾਂ ਕੁਇੰਟ ਦਾ ਮੁਕਾਬਲਾ ਕਰ ਸਕੇ, ਇਹੋ ਜਿਹਾ ਨਹੀਂ ਸ਼ੁਰੂ ਹੋਇਆ। ਪਰ ਇਹ ਮੈਨੂੰ ਦੱਸੋ ਵੀ ਜਿਹੜੀ ਨਿਊਜ਼ ਜਰਨਲਿਜ਼ਮ ਹੈ, ਪ੍ਰਿੰਟ ਜਰਨਲਿਜ਼ਮ, ਉਹਦਾ ਜਿਹੜਾ ਮਿਆਰੀ ਪੱਧਰ ਹੈ ਰਿਪੋਰਟਿੰਗ ਦਾ, ਰਿਪੋਰਟਰ ਕਿਸ ਪੱਧਰ ਦੀ ਰਿਪੋਰਟਰ ਦੇ ਲੈਵਲ 'ਤੇ ਰਿਪੋਰਟਿੰਗ ਹੁੰਦੀ ਹੈ, ਉਹਨੂੰ ਤੁਸੀਂ ਮੈਨੂੰ ਸਮੁੱਚ ਵਿੱਚ ਗੱਲ ਕਰੋ। ਆਪਾਂ ਕਿਸੇ ਇੱਕ ਇੰਡੀਵਿਜੂਅਲ ਅਖਬਾਰ ਦੀ ਗੱਲ ਨਾ ਕਰੀਏ, ਕਿਸੇ ਵਿਅਕਤੀਗਤ ਇੱਕ ਪੱਤਰਕਾਰ ਦੀ ਗੱਲ ਨਾ ਕਰਦੀ ਹੈ, ਸਮੁੱਚੇ ਰੂਪ 'ਚ ਤੁਸੀਂ ਕੀ ਸਮਝਦੇ ਹੋ ਵੀ ਕੀ ਮਿਆਰ ਹੈ ਪੰਜਾਬ ਦੀ ਰਿਪੋਰਟਿੰਗ ਦਾ ਤੇ ਦਿੱਲੀ ਦੀ ਰਿਪੋਰਟਿੰਗ? ਪੰਜਾਬ ਦੀ ਰਿਪੋਰਟਿੰਗ ਖਬਰਾਂ ਤੱਕ ਸੀਮਿਤ ਹੈ। ਮੈਂ ਵੱਡੇ ਅਦਾਰਿਆਂ ਦੀ, ਵੱਡੇ ਚੈਨਲਾਂ ਦੀ, ਅਖਬਾਰਾਂ ਦੀ ਗੱਲ ਕਰ ਰਿਹਾ ਜਿਹੜੇ ਕਿ ਐਸਟੈਬਲਿਸ਼ਡ ਅਦਾਰੇ ਨੇ। ਅਤੇ ਜਿਹੜੀ ਦਿੱਲੀ ਦੀ ਰਿਪੋਰਟਿੰਗ ਹੈ ਉਹ ਜਿਹੜੇ ਵੱਡੇ ਅਖਬਾਰਾਂ ਦੀ ਔਰ ਵੱਡੇ ਅਦਾਰਿਆਂ ਦੀ, ਉਹ ਵੀ ਕੁਝ ਹੱਦ ਤੱਕ ਇੱਕ 4W ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੀ ਵਾਪਰਿਆ ਅਤੇ ਕਿੱਥੇ ਵਾਪਰਿਆ, ਉੱਥੇ ਤੱਕ ਹੀ, ਅਤੇ ਕਿੱਥੇ ਵਾਪਰਿਆ ਅਤੇ ਕਿਹਨੇ ਇਹ ਗੱਲ ਕਹੀ, ਅਤੇ ਉੱਥੇ ਤੱਕ। ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਜਿਹੜੀਆਂ ਅਖਬਾਰਾਂ ਚਾਹੇ ਪੰਜਾਬ ਦੀਆਂ ਚਾਹੇ ਦਿੱਲੀ ਦੀਆਂ ਜਿਹੜੀਆਂ ਵੱਡੀਆਂ ਅਖਬਾਰਾਂ, ਉਹ ਜਿਹੜੀ ਸਟੋਰੀ ਹੈ, ਜਿਹੜੀ ਈਵੈਂਟ ਹੈ, ਉਹਦੇ ਪਿਛੋਕੜ ਵਿੱਚ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਉਹਨਾਂ ਦੀ ਪੇਸ਼ਕਾਰੀ ਨਹੀਂ ਕਰਦੀਆਂ, ਬਲਕਿ ਉਸ ਈਵੈਂਟ ਦੀ ਜਿਹੜੀ ਸਤਹੀ ਪੱਧਰ 'ਤੇ ਜੋ ਕੁਝ ਵਾਪਰਿਆ ਉਸ ਨੂੰ ਰਿਪੋਰਟ ਕਰਕੇ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੀਆਂ। ਤੁਸੀਂ ਇਹ ਕਹਿਣਾ ਚਾਹੁੰਦੇ? ਮੈਂ ਬਿਲਕੁਲ ਇਹ ਗੱਲ ਤੁਹਾਡੇ ਨਾਲ, ਮੈਂ ਬਿਲਕੁਲ ਇਹੀ ਗੱਲ ਕਹਿਣਾ ਚਾਹੁੰਦਾ। ਤੁਸੀਂ ਗੱਲ ਠੀਕ ਕੈਚ ਕੀਤੀ। ਮੈਂ ਤਾਂ ਇੱਥੇ ਤੱਕ ਵੀ ਕਹਾਂਗਾ ਕਿ ਜੇ ਅਸੀਂ ਦਿੱਲੀ ਦੇ ਮੀਡੀਆ ਨੂੰ, ਜਿਹੜੇ ਵੱਡੇ ਅਦਾਰੇ ਨੇ, ਅਸੀਂ ਗੋਦੀ ਮੀਡੀਆ ਮੰਨਦੇ ਹਾਂ, ਜਿਹੜੇ ਵੱਡੇ ਚੈਨਲ ਨੇ ਅਤੇ ਉਹਨਾਂ ਨੂੰ ਅਸੀਂ ਗੋਦੀ ਮੀਡੀਆ ਮੰਨਦੇ ਹਾਂ, ਅਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਅਦਾਰੇ ਨੇ ਉਹ ਤਾਂ ਬਹੁਤ ਇੱਕ ਲੰਬੇ ਅਰਸੇ ਤੋਂ ਗੋਦੀ ਮੀਡੀਆ ਦੇ ਸ਼ਿਕਾਰ ਨੇ, ਔਰ ਗੋਦੀ ਮੀਡੀਆ ਦਾ ਰੂਪ ਉਹਨਾਂ ਨੇ ਲਿਆ ਹੈ। ਬੇਸ਼ੱਕ ਕਿ ਕਦੇ ਅਕਾਲੀਆਂ ਦੀ ਸਰਕਾਰ ਆਈ ਜਾਂ ਕਾਂਗਰਸ ਦੀ ਸਰਕਾਰ ਆਈ, ਅਤੇ ਜਲੰਧਰ ਦੇ ਅਦਾਰੇ ਜਾਂ ਚੰਡੀਗੜ੍ਹ ਦੇ ਜਿਹੜੇ ਅਦਾਰੇ ਨੇ ਉਹ ਇੱਕ ਹੱਦ ਤੱਕ ਰਿਪੋਰਟਿੰਗ ਕਰਦੇ ਨੇ। ਇੱਕ ਹੱਦ ਤੋਂ ਉੱਪਰ ਆ ਕੇ ਸਿੱਧਾ ਡਾਇਰੈਕਟਲੀ ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਟੋਟਲ ਮਿਸਿੰਗ ਰਹੀ ਹੈ। ਹੁਣ ਇਹਦੇ 'ਚ ਦਿੱਲੀ ਦੇ ਜਰਨਲਿਸਟ ਔਰ ਪੰਜਾਬ ਦੇ ਜਰਨਲਿਸਟ ਦਾ ਜਿਹੜਾ ਐਕਸਪੋਜ਼ਰ ਦਾ ਜਿਹੜਾ ਫਰਕ ਹੈ, ਜਿਹੜਾ ਦਿੱਲੀ ਦਾ ਜਰਨਲਿਸਟ ਬੈਠਾ ਹੈ ਉਹਨੂੰ ਇੱਕ ਐਕਸਪੋਜ਼ਰ ਮਿਲ ਰਿਹਾ ਹੈ ਨਿਊਜ਼ ਪੋਰਟਲਸ ਵਿੱਚ, ਦ ਵਾਇਰ, ਕੈਰਵਨ, ਸਕਰੋਲ, ਕੁਇੰਟ, ਇਸ ਤਰ੍ਹਾਂ ਦੇ ਬਹੁਤ ਸਾਰੇ ਅਦਾਰੇ ਨੇ ਜਿੱਥੇ ਬਹੁਤ ਅੱਛਾ ਐਕਸਪੋਜ਼ਰ ਜਰਨਲਿਸਟਾਂ ਨੂੰ ਮਿਲ ਰਿਹਾ। ਹੁਣ ਇਹਨਾਂ ਅਦਾਰਿਆਂ ਤੋਂ ਮੈਨੂੰ ਹੰਬਲੀ ਇੱਕ ਸ਼ਿਕਾਇਤ ਇਹ ਹੈ ਬਈ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਨੇ, ਇਹ ਚੰਡੀਗੜ੍ਹ 'ਚ ਬੈਠੇ ਅੱਛੇ ਜਰਨਲਿਸਟ ਜਾਂ ਅੰਮ੍ਰਿਤਸਰ ਦੇ ਬੈਠੇ ਅੱਛੇ ਜਰਨਲਿਸਟ ਨੂੰ ਔਨ ਰੋਲ ਐਜ਼ ਅ ਸਟਾਫਰ ਕਿਉਂ ਨਹੀਂ ਲੈ ਕੇ ਆਉਂਦੇ? ਇਸੇ ਤਰ੍ਹਾਂ ਇਹ ਨਹੀਂ, ਉਹਦਾ ਕੀ ਕਾਰਨ ਸਮਝਦੇ? ਉਹਨਾਂ ਕੋਲ ਪੈਸੇ ਦੀ ਵੀ, ਮਾਈਕ ਦੀ ਪ੍ਰੋਬਲਮ ਹੋ ਸਕਦੀ ਹੈ, ਫਾਈਨਾਂਸ ਦੀਆਂ ਪ੍ਰੋਬਲਮ ਹੋ ਸਕਦੀਆਂ, ਕਿਉਂਕਿ ਇਹ ਜਿਹੜੇ ਪੋਰਟਲ ਚੱਲ ਰਹੇ ਨੇ ਜਾਂ ਜਿਹੜੇ ਅਸੀਂ ਕਹਿੰਦੇ ਹਾਂ ਸੋਸ਼ਲ ਮੀਡੀਆ 'ਤੇ ਵੱਡੇ ਹੈਗੇ, ਉਹਨਾਂ ਨੂੰ ਆਪਣੇ ਆਪ ਨੂੰ ਸਸਟੇਨ ਕਰਨ ਲਈ ਅਤੇ ਪੂਰੀਆਂ ਤਨਖਾਹਾਂ ਦੇਣ ਲਈ ਬੜੀ ਫਾਈਨਾਂਸ ਚਾਹੀਦੀ ਹੈ, ਜਿਸ ਕਰਕੇ ਤੁਸੀਂ ਦੇਖਿਆ ਹੋਣਾ ਹੈ ਵੀ ਉਹ ਆਪਣੀ ਵਾਇਰ 'ਤੇ ਜਾਂ ਹੋਰ ਜਗ੍ਹਾ ਕਹਿੰਦੇ ਨੇ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਸਪੋਰਟ ਕਰੋ ਫਾਈਨੈਂਸ਼ੀਅਲੀ, ਤੁਸੀਂ ਇਹ ਹੇਠਾਂ ਦਿੱਤਾ ਹੋਇਆ ਬੈਂਕ ਅਕਾਊਂਟ, ਉਹਦੇ ਵਿੱਚ ਤੁਸੀਂ ਆਪਣੀ 500 ਜਾਂ ਜਿਤਨੀ ਵੀ ਠੀਕ ਸਮਝਦੇ ਹੋ ਇਹਦੀ ਸਹਾਇਤਾ ਕਰੋ। ਉਹ ਤਦੇ ਹੀ ਕਰਦੇ ਕਿ ਉਹਨਾਂ ਕੋਲ ਇਹ ਪੋਰਟਲ ਵੀ ਚਲਾਉਣ ਲਈ ਖੂਬ ਸਮੱਗਰੀ ਨਹੀਂ ਹੈਗੀ। ਦੇਖੋ, ਇਹਦਾ ਕਾਰਨ ਤਾਂ ਉਹ ਹੀ ਦੱਸ ਸਕਦੇ ਨੇ ਕਿ ਉਹ ਉਹਨਾਂ ਦੀ ਫਾਈਨੈਂਸ਼ੀਅਲੀ ਪੋਜੀਸ਼ਨ ਕੀ ਇਸ ਹੱਦ ਤੱਕ ਵੀ ਨਹੀਂ ਹੈਗੀ ਕਿ ਉਹ ਕਿਸੇ ਵੀ ਸਟੇਟ ਦੇ ਕੈਪੀਟਲ ਵਿੱਚ ਘੱਟੋ ਘੱਟ ਇੱਕ ਜਰਨਲਿਸਟ ਨੂੰ ਔਨ ਰੋਲ ਲੈ ਕੇ ਆਉਣ। ਅਤੇ ਲੇਕਿਨ ਠੀਕ ਹੈ, ਇਹਦੇ 'ਚ ਇੱਕ ਪੋਜ਼ੀਟਿਵ ਪੱਖ ਇਹ ਨਿਕਲਦਾ ਹੈ ਕਿ ਜਿਹੜੇ ਫ੍ਰੀਲਾਂਸਰਸ ਨੇ ਉਹਨਾਂ ਨੂੰ ਮੌਕਾ ਮਿਲ ਰਿਹਾ ਹੈਗਾ। ਲੇਕਿਨ ਮੈਂ ਫਿਰ ਦੁਬਾਰਾ ਇਹੀ ਕਹਾਂਗਾ, ਨਹੀਂ, ਜਿਹੜੇ ਫਰਜ਼ ਕਰੋ ਫ੍ਰੀਲਾਂਸਰ ਹੈ ਨਾ, ਦੇਖੋ ਤੁਸੀਂ ਜਿਹੜੀਆਂ ਵੀ ਵੱਡੀਆਂ ਨੈਸ਼ਨਲ ਨਿਊਜ਼ਪੇਪਰ ਹਨ, ਚਾਹੇ ਹਿੰਦੂ ਹੈ, ਟੈਲੀਗ੍ਰਾਫ ਹੈ, ਇੰਡੀਅਨ ਐਕਸਪ੍ਰੈਸ ਹੈ ਜਾਂ ਟਾਈਮਜ਼ ਆਫ ਇੰਡੀਆ, ਤੁਸੀਂ ਹਿੰਦੁਸਤਾਨ ਟਾਈਮ ਹੈ, ਤੁਸੀਂ ਦੇਖਦੇ ਹੋ ਕਿ ਵੀ ਉਹਨਾਂ ਨੇ ਵੀ ਹਰ ਡਿਸਟ੍ਰਿਕਟ ਵਿੱਚ ਆਪਣੇ ਸਟਾਫਰ ਨਹੀਂ ਰੱਖੇ ਹੋਏ। ਅੱਗੇ ਉਹ ਸਟੇਟ ਹੈਡਕੁਆਟਰ 'ਤੇ ਬੰਦੇ 2-2 ਰੱਖਦੇ ਸੀ, 3-3 ਰੱਖਦੇ ਸੀ, ਕਿਉਂਕਿ
ਚੰਡੀਗੜ੍ਹ ਤੋਂ ਜਿਵੇਂ ਹਰਿਆਣਾ ਵੀ ਕਵਰ ਹੁੰਦਾ, ਯੂਟੀ ਵੀ ਹੁੰਦੀ ਹੈ, ਪੰਜਾਬ ਵੀ ਹੁੰਦਾ, 2 ਸਰਕਾਰਾਂ ਯਾਨੀ 3 ਸਰਕਾਰਾਂ। ਯੂਟੀ ਜਿਹੜੀ ਹੈ ਉਹ ਉਹਦੀ ਸਰਕਾਰ ਹੋਮ ਮਿਨਿਸਟਰੀ ਦੇ ਅੰਡਰ ਹੈ, ਦਿੱਲੀ। ਤੋ ਇਹ ਜਿਹੜੇ ਇਹ ਤੇ ਪਹਿਲੇ ਵੀ ਆਈ ਸੀ ਕਿ ਵੀ ਸਰਕਾਰਾਂ ਜਿਹੜੀਆਂ ਅਖਬਾਰਾਂ ਸੀਗੀਆਂ ਉਹ ਹਰ ਜਗ੍ਹਾ ਆਪਣੇ ਰਿਪੋਰਟਰ ਨਹੀਂ ਰੱਖਦੀਆਂ, ਉੱਥੇ ਸਟਿੰਗਰ ਰੱਖਦੀਆਂ ਜਿਹੜਾ ਸਾਰੀਆਂ ਅਖਬਾਰਾਂ ਲਈ ਕਰਦਾ, ਇੱਕੋ ਰਿਪੋਰਟ ਬਣਾਉਂਦਾ, ਉਹ ਸਾਰਿਆਂ ਨੂੰ ਭੇਜ ਦਿੰਦਾ। ਸੋ ਇਹਦੇ ਨਾਲ ਜਿਹੜਾ ਬੇਸਿਕ ਰਿਪੋਰਟਿੰਗ ਵਿੱਚ ਜਿਹੜਾ ਫਰਕ ਹੈ ਨਾ, ਦੀ ਕੁਆਲਿਟੀ ਆਫ ਰਿਪੋਰਟਿੰਗ, ਉਹਦੇ 'ਤੇ ਥੋੜ੍ਹਾ ਝਾੜਨਾ ਪਊਗੀ। ਜਿਹੜੀ ਕੁਆਲਿਟੀ ਆਫ ਰਿਪੋਰਟਿੰਗ ਪੰਜਾਬ ਵਿੱਚ ਅਤੇ ਦਿੱਲੀ ਵਿੱਚ ਕੀ ਅੰਤਰ ਹੈ? ਹਾਂਜੀ ਭਾਈ ਸਾਹਿਬ, ਮੈਂ ਇਹਦੇ ਨਾਲ ਥੋੜ੍ਹਾ ਮੈਂ ਡਿਫਰ ਕਰਦਾ। ਮੇਰਾ ਇੱਕ ਡਿਫਰੈਂਟ ਓਪੀਨੀਅਨ ਹੈ, ਇੱਕ ਵੱਖਰਾ ਮੇਰਾ ਓਪੀਨੀਅਨ ਇਹ ਹੈ ਕਿ ਜਿਹੜੇ ਵੱਡੇ ਅਖਬਾਰ ਨੇ ਉਹਨਾਂ ਸਾਰਿਆਂ ਦੇ ਚੰਡੀਗੜ੍ਹ ਐਡੀਸ਼ਨ ਹੈਗੇ ਨੇ। ਜਦ ਉਹਨਾਂ ਦੇ ਚੰਡੀਗੜ੍ਹ ਐਡੀਸ਼ਨ ਹੈਗੇ ਨੇ ਅਤੇ ਇੱਕ ਸੈਟਅਪ ਵਿੱਚ ਉਹ ਸਟਾਫਰ, ਬਤੌਰ ਸਟਾਫਰ ਰਿਪੋਰਟਰਸ ਵੀ ਉਹਨਾਂ ਦੇ ਹੈਗੇ, ਡੈਸਕ ਵੀ ਇੱਥੇ ਹੈਗੇ। ਦੈਨਿਕ ਭਾਸਕਰ ਹੈ, ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈਸ, ਟਾਈਮਸ ਆਫ ਇੰਡੀਆ, ਇਹਨਾਂ ਸਾਰਿਆਂ ਦੇ ਚੰਡੀਗੜ੍ਹ ਐਡੀਸ਼ਨਸ ਹੈ। ਈਵਨ ਕਿ ਭਾਸਕਰ ਜਾਗਰਣ ਦੇ ਤਾਂ ਜਲੰਧਰ ਐਡੀਸ਼ਨ। ਨਹੀਂ, ਤੁਸੀਂ ਜਿਹੜੀ ਬੜੀ ਦਰਸ਼ਕਾਂ ਦੇ ਜਾਣਨ ਵਾਲੀ ਗੱਲ ਹੈ ਉਹ ਹੈਗਾ ਕਿ ਕੀ ਪੰਜਾਬ ਵਿੱਚ ਮਿਆਰੀ ਰਿਪੋਰਟਿੰਗ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਦੀ ਹੋ ਰਹੀ ਹੈ? ਆਪਾਂ ਬਜਾਏ ਇਸ ਦੇ ਕਿ ਕਿਉਂਕਿ ਅਸੀਂ ਅਖਬਾਰਾਂ ਦੇ ਨਾਂ ਲੈ ਦਿੱਤੇ ਨੂੰ, ਦਰਸ਼ਕਾਂ ਨੂੰ ਵੀ ਪਤਾ ਹੈ, ਬਹੁਤ ਸਾਰੇ ਲੋਕ ਇੱਕ ਅਖਬਾਰ ਪੜ੍ਹਦੇ ਨੇ ਜਾਂ 2 ਪੜ੍ਹਦੇ ਨੇ, ਉਹਨਾਂ ਨੂੰ ਵੀ ਪਤਾ ਹੈ। ਤੋ ਦਿੱਲੀ ਦੀ ਰਿਪੋਰਟਿੰਗ ਮਿਆਰੀ ਹੈ ਕਿ ਪੰਜਾਬ ਦੀ ਮਿਆਰ ਹੈ ਕਿ ਮਿਆਰ ਹੁਣ ਹੈ ਹੀ ਨਹੀਂ ਰਿਪੋਰਟਿੰਗ, ਚਾਹੇ ਉਹ ਚੈਨਲ 'ਤੇ ਹੋ ਰਹੀ ਹੈ, TV ਚੈਨਲ, ਸੈਟੇਲਾਈਟ ਚੈਨਲ 'ਤੇ, ਚਾਹੇ ਉਹ ਪ੍ਰਿੰਟਿੰਗ ਵਿੱਚ ਹੋ ਰਹੀ ਹੈ। ਉਸ ਦੇ ਮਿਆਰ ਦੀ ਤੁਸੀਂ ਇਨ ਡੈਪਥ ਗੱਲ ਕਰੋ। ਹਾਂਜੀ, ਉਹ ਗੱਲ ਕਨੈਕਟਿਡ ਇਸੇ ਕਰਕੇ ਹੈਗੀ ਹੈ ਕਿਉਂਕਿ ਜਿਹੜੇ ਤਾਂ ਐਸਟੈਬਲਿਸ਼ਡ ਅਦਾਰੇ ਨੇ ਉਹਨਾਂ 'ਚ ਡੀਪ ਰਿਪੋਰਟਿੰਗ, ਇਨਵੈਸਟੀਗੇਟਿਵ ਰਿਪੋਰਟਿੰਗ ਜਾਂ ਨਿਰਪੱਖ ਰਿਪੋਰਟਿੰਗ ਮੇਰੇ ਹਿਸਾਬ ਨਾਲ ਬਿਲਕੁਲ ਨਹੀਂ ਹੋ ਰਹੀ। ਜੋ ਸਰਕਾਰਾਂ ਕਹਿ ਰਹੀਆਂ ਨੇ ਅਤੇ ਉਹੀ ਉਹ ਰਿਪੋਰਟਰਾਂ ਕੋਲੋਂ ਉਹੀ ਕੰਮ ਕਰਾਇਆ ਜਾ ਰਿਹਾ, ਉਸੇ ਤਰ੍ਹਾਂ ਹੀ ਉਹਨਾਂ ਕੋਲੋਂ ਰਿਪੋਰਟਿੰਗ ਕਰਵਾਈ ਜਾ ਰਹੀ ਹੈ। ਹਾਂਜੀ, ਇੱਥੇ ਜਿਹੜੇ ਨਿਊਜ਼ ਪੋਰਟਲ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਜਿਹਨਾਂ ਨੂੰ ਅਸੀਂ ਆਲਟਰਨੇਟਿਵ ਮੀਡੀਆ ਕਹਿੰਦੇ ਹਾਂ, ਜਿਨ੍ਹਾਂ 'ਚੋਂ ਇੱਕ ਅਦਾਰੇ 'ਚ ਮੈਂ ਵੀ ਜੁੜਿਆ, ਕੈਰਵੈਨ ਨਾਲ, ਦ ਵਾਇਰ, ਸਕਰੋਲ, ਇਹ ਸਾਰੇ ਜਿਹੜੇ ਅਦਾਰੇ ਨੇ, ਜੇ ਇਹ ਅਦਾਰੇ ਥੋੜ੍ਹਾ ਜਿਹੀ ਰਿਸਪੋਂਸੀਬਿਲਿਟੀ ਹੋਰ ਚੁੱਕਣ ਕਿ ਦਿੱਲੀ ਤੋਂ ਬਾਹਰ ਵੀ ਲੋਕ ਵਸਦੇ ਨੇ, ਦਿੱਲੀ ਤੋਂ ਬਾਹਰ ਵੀ ਜਰਨਲਿਜ਼ਮ ਵਸਦਾ ਹੈ, ਅਤੇ ਉਹ ਜਰਨਲਿਜ਼ਮ ਨੂੰ ਅਸੀਂ ਆਪਣੀ ਲੈਬ 'ਚ, ਆਪਣੀ ਗੋਦੀ 'ਚ ਕਿਵੇਂ ਲੈ ਕੇ ਆਉਣਾ ਹੈ, ਜਿਹੜੇ ਕਿ ਇੱਕ ਬਹੁਤ ਹੀ ਦਲੇਰੀ ਨਾਲ ਰਿਪੋਰਟਿੰਗ ਜਿਹੜੇ ਦਿੱਲੀ ਦੇ ਰਿਪੋਰਟਰ ਇਹਨਾਂ ਅਦਾਰਿਆਂ 'ਚ ਕਰਦੇ ਨੇ, ਅਤੇ ਉਹ ਗੱਲ ਉਹ ਜਿਹੜਾ ਜਰਨਲਿਜ਼ਮ ਨੂੰ ਉਹ ਅੰਮ੍ਰਿਤਸਰ ਔਰ ਚੰਡੀਗੜ੍ਹ ਔਰ ਲਖਨਊ ਦੇ ਰਿਪੋਰਟਰਸ ਵਿੱਚ ਵੀ ਇੰਟਰੋਡਿਊਸ ਤਾਂ ਹੀ ਕਰ ਸਕਣਗੇ ਜਦ ਉਹ ਉਹਨਾਂ ਨੂੰ ਅਡੋਪਟ ਕਰਨਗੇ। ਜਦੋਂ ਇੱਕ ਦ ਵਾਇਰ ਵਰਗਾ ਅਦਾਰਾ ਜਦ ਤੱਕ ਇੱਕ ਰਿਪੋਰਟਰ ਨੂੰ ਅਡੋਪਟ ਨਹੀਂ ਕਰੇਗਾ, ਉਹਦੀ ਰਿਸਪੋਂਸੀਬਿਲਿਟੀ ਨਹੀਂ ਲਏਗਾ, ਸ਼੍ਰੀਨਗਰ ਦੇ 'ਚ ਬੈਠੇ ਇੱਕ ਰਿਪੋਰਟਰ ਦੀ ਰਿਸਪੋਂਸੀਬਿਲਿਟੀ ਨਹੀਂ ਲਏਗਾ, ਅਤੇ ਸ਼੍ਰੀਨਗਰ 'ਚ ਬੈਠਾ ਉਹ ਰਿਪੋਰਟਰ ਸਿਕਿਉਰ ਫੀਲ ਨਹੀਂ ਕਰ ਸਕੇਗਾ। ਇਸੇ ਗੱਲ 'ਤੇ ਮੈਂ ਜ਼ੋਰ ਦੇ ਰਿਹਾ ਕਿ ਇਹ ਜਿਹੜਾ ਆਲਟਰਨੇਟਿਵ ਮੀਡੀਆ, ਜਿੱਥੇ ਸਾਨੂੰ ਕਿ ਇੱਕ ਕਿਰਨ ਨਜ਼ਰ ਆਉਂਦੀ ਹੈ, ਇੱਕ ਰੇ ਆਫ ਹੋਪ ਨਜ਼ਰ ਆਉਂਦੀ ਹੈ, ਉਹ ਇਹਨਾਂ ਅਦਾਰਿਆਂ 'ਚ, ਆਲਟਰਨੇਟਿਵ ਮੀਡੀਆ 'ਚ ਜਿਹੜੇ ਪੋਰਟਲਸ ਨੇ ਉਹਨਾਂ 'ਚ ਨਜ਼ਰ ਆਉਂਦੀ ਹੈ, ਅਤੇ ਉਹਨਾਂ ਨੂੰ ਆਪਣਾ ਇੰਟਰਸਟ ਪੱਤਰਕਾਰਾਂ 'ਚ ਦਿਖਾਉਣਾ ਚਾਹੀਦਾ। ਦਿੱਲੀ ਤੋਂ ਬਾਹਰ ਵੀ ਜਿਹੜੇ ਪੱਤਰਕਾਰ ਬੈਠੇ, ਐਡਾ ਵੱਡਾ ਹਿੰਦੁਸਤਾਨ ਹੈ, ਤੁਸੀਂ ਤਮਿਲਨਾਡੂ ਤੋਂ ਲੈ ਕੇ ਸ਼੍ਰੀਨਗਰ ਤੱਕ, ਅਤੇ ਉੱਧਰੋਂ ਮੇਘਾਲਿਆ ਤੋਂ ਲੈ ਕੇ ਤੁਸੀਂ ਬੜੌਦਾ, ਗੁਜਰਾਤ ਤੱਕ, ਤੁਸੀਂ ਕਿਉਂ ਨਹੀਂ ਫੈਲਾਉਂਦੇ ਇਹਨੂੰ ਲੈ ਕੇ? ਤੁਹਾਡੇ ਖਿਆਲ 'ਚ ਉਹਨਾਂ ਨੂੰ ਆਪਣਾ ਜਿਹੜਾ ਰਿਪੋਰਟਿੰਗ ਦਾ ਘੇਰਾ ਹੈ ਉਹ ਵਿਸਤ੍ਰਿਤ ਕਰਨਾ ਚਾਹੀਦਾ ਹੈ ਔਰ ਉਸ ਨੂੰ ਸਾਰੇ ਹਿੰਦੁਸਤਾਨ ਤੱਕ ਉਸ ਨੂੰ ਆਪਣੀ ਪਹੁੰਚ ਬਣਾਉਣੀ ਚਾਹੀਦੀ ਹੈ, ਪਰ ਇਹ ਪਹੁੰਚ ਤੁਹਾਡੇ ਖਿਆਲ 'ਚ ਨਹੀਂ ਬਣ ਰਹੀ। ਉਸ ਦਾ ਇੱਕ ਉਦਾਹਰਨ ਜਿਹੜੀ ਗੱਲ NDTV ਵਾਲੇ ਰਵੀਸ਼ ਜੀ, ਜਿਹੜੇ ਕਿ ਹੁਣ ਉੱਥੋਂ ਛੱਡ ਗਏ ਨੇ, ਹੁਣ ਤਾਂ ਉਹਨਾਂ ਦਾ ਆਪਣਾ ਪੋਰਟਲ ਹੈ ਰਵੀਸ਼ ਆਫੀਸ਼ੀਅਲ, ਉਹਨਾਂ ਨੇ ਬੜੀ ਦੇਰ ਤੋਂ ਕਿਹਾ ਹੋਇਆ ਸੀ ਵੀ ਅਖਬਾਰਾਂ ਪੜ੍ਹਨੀਆਂ ਬੰਦ ਕਰ ਦਿਓ। ਉਹਨਾਂ ਨੇ ਕਿਹਾ ਸੀ ਵੀ ਇਹ ਅਖਬਾਰਾਂ ਗੋਦੀ ਮੀਡੀਆ, ਸਰਕਾਰ ਦੀ ਹੀ ਪ੍ਰੈਸ ਨੋਟ ਛਾਪਦੇ, ਸਰਕਾਰ ਤੋਂ ਉਹਨਾਂ ਨੂੰ ਐਡਵਰਟਾਈਜ਼ਮੈਂਟ ਮਿਲਦੀਆਂ, ਇੱਕ ਗੁਪਤ ਰੂਪ 'ਚ ਵੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਪੈਸਾ ਪਹੁੰਚਾ ਦਿੰਦੀਆਂ। ਇਹ ਗੱਲ ਤਾਂ ਬੜੀ ਦੇਰ ਦੀ ਤੈਅ ਹੋ ਗਈ ਹੈ ਕਿ ਜਿਹੜੇ ਅਜੋਕੇ ਪੰਜਾਬ ਵਿੱਚ ਜਾਂ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਵਿੱਚ ਜੋ ਰਿਪੋਰਟਿੰਗ ਹੋ ਰਹੀ ਹੈ, ਉਹ ਸਾਰੀ ਇੱਕੋ ਪਾਰਟੀ ਦਾ ਇੱਕੋ ਪੱਖ ਹੀ ਰਿਪੋਰਟ ਕਰ ਰਹੀ ਹੈ, ਬਾਕੀ ਦੇਸ਼ ਨੂੰ ਉਹਨਾਂ ਨੇ ਛੱਡਿਆ ਹੋਇਆ। ਯਾਨੀ ਉਹਨਾਂ ਨੇ ਸਿਰਫ ਦੇਸ਼ ਦੀ ਰਿਪੋਰਟਿੰਗ ਨਹੀਂ ਛੱਡੀ,
ਦੇਸ਼ ਦੇ ਲੋਕ ਵੀ ਛੱਡੇ ਹੋਏ ਆ, ਉਹ ਦੇਸ਼ ਦੇ ਲੋਕਾਂ ਬਾਰੇ ਵੀ ਰਿਪੋਰਟਿੰਗ ਨਹੀਂ ਕਰ ਰਹੇ। ਇਹਦੇ ਤੇ ਤੁਸੀਂ ਜਾਣਨਾ ਪਓ। ਇਹ ਜਿਹੜਾ ਗੈਪ ਹੈ ਇਹ ਆਲਟਰਨੇਟਿਵ ਮੀਡੀਆ ਤੋਂ ਉਮੀਦ ਹੁਣ ਰੱਖੀ ਜਾ ਸਕਦੀ ਹੈ। ਮੇਰਾ ਇੰਨਾ ਹੀ ਕਹਿਣਾ ਸੀ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ, ਇੱਥੋਂ 2 ਰਿਪੋਰਟਰ ਜਿਨ੍ਹਾਂ ਨੂੰ ਮੈਂ ਜਾਣਦਾ, ਜਿਹੜੇ ਦ ਵਾਇਰ ਲਈ ਕਦੇ-ਕਦੇ ਰਿਪੋਰਟ ਕਰਦੇ ਨੇ, ਤੇ ਉਹਨਾਂ ਨੂੰ ਇੱਕ ਟੋਕਨ ਮਨੀ ਜੋ ਵੀ 2000 ਰੁਪੀਜ਼ ਪਰ ਸਟੋਰੀ ਜਾਂ 3000 ਰੁਪਏ, ਜਾਂ ਈਵਨ ਕਿ ਬਹੁਤ ਵੱਡੀ ਥੋੜ੍ਹੀ ਜਿਹੀ ਸਟੋਰੀ ਹੋਵੇ, ਜੇ 2,500-3 ਹਜ਼ਾਰ ਦੀ ਹੋਵੇ ਤਾਂ 4,500 ਰੁਪਇਆ ਵੀ ਇੱਕ ਸਟੋਰੀ ਦਾ 5,000 ਤੱਕ ਵੀ ਸਕਰੋਲ ਵਰਗੇ ਔਰ ਦ ਵਾਇਰ ਵਰਗੇ ਉਸ ਰਿਪੋਰਟਰਸ ਨੂੰ ਦੇ ਦਿੰਦੇ ਨੇ। ਲੇਕਿਨ ਉਹ ਰਿਪੋਰਟਰ ਅੱਜ ਕੱਲ੍ਹ ਰਿਪੋਰਟਿੰਗ ਨਹੀਂ ਕਰ ਰਹੇ। ਉਹਦਾ ਕਾਰਨ ਉਹਦੀ ਅਕਾਊਂਟੇਬਿਲਿਟੀ ਤਾਂ ਹੀ ਬਣੇਗੀ। ਮੈਂ ਇਸ ਗੱਲ ਤੇ ਦੁਬਾਰਾ ਇਹੀ ਸਟ੍ਰੈਸ ਨਹੀਂ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇੰਨੀ ਰਿਪੋਰਟਿੰਗ ਕੀਤੀ ਹੈ, ਤੁਸੀਂ ਇੰਨੀਆਂ ਡਿਫਿਕਲਟੀਜ਼ ਫੇਸ ਕੀਤੀਆਂ, ਇੰਨੀਆਂ ਤੁਹਾਡੀਆਂ ਟਰਾਂਸਫਰ ਹੋਈਆਂ, ਉਹਦੇ ਪਿੱਛੇ ਕੀ ਫੋਰਸਿਸ ਕੰਮ ਕਰਦੀਆਂ ਸੀ ਨਾ। ਤੁਸੀਂ ਸਮੁੱਚੇ ਪੱਤਰਕਾਰਾਂ ਬਾਰੇ ਵੀ ਦੱਸੋ ਇਹੋ ਜਿਹੀਆਂ ਗੱਲਾਂ, ਵੀ ਅਖਬਾਰਾਂ ਕਰਦੀਆਂ ਕੀ, ਕੰਮ ਕਰਨ ਨਹੀਂ ਦਿੰਦੀਆਂ ਰਿਪੋਰਟਰਾਂ ਨੂੰ, ਤੇ ਤੁਸੀਂ ਦੱਸੋ ਉਹ ਚੀਜ਼ਾਂ ਰਿਪੋਰਟਰਾਂ ਨਾਲ ਸਾਂਝੀਆਂ ਕਰੋ। ਜਿਸ ਤਰ੍ਹਾਂ ਕਿ ਮੈਂ UNI ਨਿਊਜ਼ ਏਜੰਸੀ 'ਚ ਆਪਣਾ ਕਰੀਅਰ ਦਿੱਲੀ ਤੋਂ ਸ਼ੁਰੂ ਕੀਤਾ, ਡੈਸਕ ਤੋਂ, ਅਤੇ ਮੈਂ 13 ਸਾਲ UNI 'ਚ ਰਿਹਾ, ਜਿਹਨੇ 'ਚੋਂ ਮੈਂ 13 ਵਰ੍ਹਿਆਂ 'ਚੋਂ ਮੈਂ 10 ਵਰ੍ਹੇ ਜਿਹੜੇ ਹੈ ਚੰਡੀਗੜ੍ਹ 'ਚ ਬਤੌਰ UNI ਕੋਰਸਪੋਂਡੈਂਟ ਰਿਹਾ। ਉਸ ਤੋਂ ਬਾਅਦ ਮੈਂ ਟ੍ਰਿਬਿਊਨ ਜੁਆਇਨ ਕੀਤਾ। ਟ੍ਰਿਬਿਊਨ ਮੈਂ ਜੰਮੂ। ਤੁਹਾਡੇ ਅਨੁਭਵ ਕੀ ਬਣੇ ਨਾ, ਤੁਸੀਂ ਆਪਣੇ ਅਨੁਭਵ ਦੱਸੋ ਵੀ ਤੁਸੀਂ ਪੰਜਾਬ ਵਿੱਚ 17 ਸਾਲ ਰਿਪੋਰਟਿੰਗ ਕੀਤੀ ਹੈ, ਤੇ ਇੰਨੀਆਂ ਅਖਬਾਰਾਂ 'ਚ ਰਹੇ ਹੋ, ਤੁਹਾਡੇ ਅਨੁਭਵ ਕੀ ਬਣੇ? ਤੁਹਾਨੂੰ ਟਿਕਣ ਨਹੀਂ ਦਿੱਤਾ ਗਿਆ, ਤੁਹਾਡੇ ਨਾਲ ਕੀ, ਉਹਨਾਂ ਚੀਜ਼ਾਂ ਨੂੰ ਪਿੱਛੇ ਕਿਹੜੀਆਂ ਫੋਰਸਿਸ ਕੰਮ ਕਰਦੀਆਂ? ਤੁਸੀਂ ਕੀ ਰਿਪੋਰਟ ਕਰਦੇ ਸੀ ਜਿਹੜਾ ਅਖਬਾਰਾਂ ਨੂੰ ਪਸੰਦ ਨਹੀਂ ਸੀ, ਉਹ ਦੱਸੋ। ਨਿਊਜ਼ ਏਜੰਸੀ ਛੱਡ ਕੇ ਨਿਊਜ਼ਪੇਪਰ ਅਖਬਾਰ ਜੁਆਇਨ ਕਰਨ ਦਾ ਮੇਰਾ ਮਕਸਦ ਇਹੀਓ ਸੀ ਕਿ ਓਬਜੈਕਟਿਵਲੀ ਮੈਂ ਰਿਪੋਰਟ ਕਰਾਂ, ਅਤੇ ਇਸ ਕਰਕੇ ਜਿਹੜਾ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਦਾ ਮੈਨੂੰ ਇੱਕ ਹੋਪ ਨਜ਼ਰ ਆਉਂਦਾ ਸੀ। ਅਖਬਾਰਾਂ 'ਚ ਉਹ ਹੋਪ ਜ਼ਿਆਦਾ, ਅਤੇ ਨਿਊਜ਼ ਏਜੰਸੀ 'ਚ ਉਹ ਸਕੋਪ ਜਿਹੜਾ ਉਹ ਘੱਟ ਸੀ, ਅਤੇ ਇਸ ਕਰਕੇ ਮੈਂ ਟ੍ਰਿਬਿਊਨ ਅਦਾਰਾ ਜੁਆਇਨ ਕੀਤਾ, ਔਰ ਟ੍ਰਿਬਿਊਨ 'ਚ ਮੇਰਾ ਬਹੁਤ ਅੱਛਾ ਤਜਰਬਾ ਰਿਹਾ। ਜੰਮੂ ਦੀ ਮੇਰੀ ਇਨਿੰਗਸ ਸੀ, ਜੰਮੂ 'ਚ ਮੈਂ ਰਿਪੋਰਟਿੰਗ ਕੀਤੀ, ਜੰਮੂ ਕਸ਼ਮੀਰ ਦੇ ਮੁੱਦਿਆਂ 'ਤੇ ਲਿਖਿਆ। ਉਸ ਤੋਂ ਬਾਅਦ ਬਠਿੰਡਾ ਐਡੀਸ਼ਨ ਨਿਕਲਣ ਤੋਂ ਬਾਅਦ ਜਦੋਂ ਮੈਂ ਮੁਕਤਸਰ ਆਇਆ ਐਜ਼ ਅ ਡਿਸਟ੍ਰਿਕਟ ਕੋਰਸਪੋਂਡੈਂਟ, ਅਤੇ ਉਸ ਤੋਂ ਬਾਅਦ ਮੈਂ ਹਿੰਦੁਸਤਾਨ ਟਾਈਮਸ ਜੁਆਇਨ ਕੀਤਾ। ਹਿੰਦੁਸਤਾਨ ਟਾਈਮਸ ਦੀ 12 ਸਾਲ ਦੀ ਸਰਵਿਸ ਵਿੱਚ ਮੈਨੂੰ ਇਹ ਲੱਗਿਆ ਬਈ ਹਾਂ, ਹੁਣ 25 ਸਾਲ ਦੇ ਤਜਰਬੇ ਤੋਂ ਬਾਅਦ ਇੱਕ ਸਪੇਸ ਚਾਹੀਦੀ ਹੈ ਮੈਨੂੰ ਅੱਗੇ ਗਰੋ ਕਰਨ ਦੀ। ਉਹ ਗਰੋ ਰੁਕਦੀ ਹੈ, ਉਹ ਗਰੋ ਮਤਲਬ ਮੇਰਾ ਪਰਸਨਲ ਐਕਸਪੀਰੀਅੰਸ ਇਹ ਰਿਹਾ ਕਿ ਅੱਜ ਕੱਲ੍ਹ ਕਿਵੇਂ ਰੁਕੀ ਨਾ, ਮੈਂ ਤੁਹਾਨੂੰ ਦੱਸਦਾ। ਜਿਵੇਂ ਜਿਹੜੇ ਇਹ ਅਦਾਰੇ, ਵੱਡੇ ਅਦਾਰੇ ਨੇ, ਇਹਨਾਂ ਨੂੰ ਰਿਪੋਰਟਰ ਐਜ਼ ਅ ਥੋਟਫੁਲ ਰਿਪੋਰਟਰ ਨਹੀਂ ਚਾਹੀਦੇ, ਸੋਚ ਵਾਲੇ ਰਿਪੋਰਟਰ ਨਹੀਂ ਚਾਹੀਦੇ, ਇਹਨਾਂ ਨੂੰ ਸਟੈਨੋਗ੍ਰਾਫਰ ਰਿਪੋਰਟਰ ਚਾਹੀਦੇ ਨੇ। ਇਹ ਨਹੀਂ ਚਾਹੁੰਦੇ ਕਿ ਰਿਪੋਰਟਰ ਦੀ ਇੱਕ ਆਪਣੀ ਸੋਚ ਹੋਵੇ, ਇੱਕ ਆਪਣੇ ਆਜ਼ਾਦ ਖਿਆਲਾਤ ਹੋਣ, ਅਤੇ ਇੱਕ ਬਹੁਤ ਹੀ ਫਰੀ ਵੀਲਿੰਗ ਤਰੀਕੇ ਨਾਲ ਉਹ ਰਿਪੋਰਟਿੰਗ ਕਰਨ। ਇਹ ਚੀਜ਼ ਟੋਟਲ ਮਿਸਿੰਗ ਹੈ। ਐਡੀਟਰ ਮੈਂ ਫਰੈਂਕਲੀ, ਮੈਂ ਪੂਰੀ ਕਨਵਿਕਸ਼ਨ ਨਾਲ ਆਪਣੇ ਤਜਰਬੇ ਨਾਲ ਕਹਿ ਰਿਹਾ, ਜ਼ਿਆਦਾਤਰ ਇਹ ਹੋਇਆ ਕਿ ਵੱਡੇ ਅਦਾਰਿਆਂ ਦੇ ਜਿਹੜੇ ਐਡੀਟਰ ਨੇ ਉਹ ਇੱਕ ਲੈਵਲ ਤੱਕ ਰਿਪੋਰਟਰ ਦੀ ਸੋਚ ਨੂੰ ਬਰਦਾਸ਼ਤ ਕਰਦੇ ਨੇ। ਉਸ ਤੋਂ ਬਾਅਦ ਉਹ ਨਹੀਂ ਚਾਹੁੰਦੇ ਕਿ ਰਿਪੋਰਟਰ ਆਪਣੀ ਸੋਚ ਨਾਲ ਇਸ ਮੁੱਦੇ ਨੂੰ ਲੈ ਕੇ ਰਿਪੋਰਟਿੰਗ ਕਰੇ। ਇਹਦੇ ਜਿਵੇਂ ਬਰਗਾੜੀ ਵਾਲਾ ਇਸ਼ੂ ਸੀ, ਬਰਗਾੜੀ ਵਾਲੇ ਇਸ਼ੂ 'ਤੇ ਕਿਸੇ ਵੀ ਅਖਬਾਰ ਨੇ ਆਪਣੇ ਰਿਪੋਰਟਰਸ ਨੂੰ ਆਜ਼ਾਦੀ ਨਾਲ ਖੁੱਲ੍ਹ ਨਹੀਂ ਦਿੱਤੀ। ਜੇ 2000 ਵਰਡ ਦੀ ਕੋਈ ਸਟੋਰੀ ਬਰਗਾੜੀ ਦੇ ਇਸ਼ੂ 'ਤੇ ਕੋਈ ਰਿਪੋਰਟਰ ਬਠਿੰਡੇ ਤੋਂ ਭੇਜਦਾ ਸੀ, ਅਤੇ ਉਹ ਅਗਲੇ ਦਿਨ ਸਿਰਫ 400 ਵਰਡਸ ਵਿੱਚ 4-5 ਕਾਲਮਸ ਦੇ ਅੰਦਰ, ਉਹ ਸਿੰਗਲ ਕਾਲਮ ਦੇ ਅੰਦਰ ਉਹ ਸਟੋਰੀ ਖਤਮ ਹੋ ਜਾਂਦੀ ਸੀ। ਇਹ ਦੱਸੋ ਵੀ ਤੁਸੀਂ ਜਿਹੜੀ ਆਪਰੇਸ਼ਨ ਬਲੂ ਸਟਾਰ 1984 ਦੇ ਵਕਤ, ਇਸ ਤੋਂ ਪਹਿਲੇ ਤੇ ਇਸ ਤੋਂ ਬਾਅਦ ਜਿਹੜੀ ਰਿਪੋਰਟਿੰਗ ਹੋਈ ਹੈ, ਉਸ ਰਿਪੋਰਟਿੰਗ ਬਾਰੇ ਤੁਹਾਡਾ ਕੀ ਵਿਚਾਰ ਹੈ? ਭਾਜੀ ਤੁਸੀਂ ਤਾਂ ਮੇਰੇ ਨਾਲੋਂ ਵੱਧ ਜਾਣਦੇ ਹੋ, ਉਸ ਟਾਈਮ ਦੇ ਹੈਗੇ ਹੋ। ਜੋ ਮੇਰੀ ਅੰਡਰਸਟੈਂਡਿੰਗ ਬਣੀ ਹੈਗੀ ਆ, ਜੋ ਮੇਰੀ ਆਪਣੀ ਸਟੱਡੀ ਰਹੀ ਹੈ, 80 ਦੇ ਦਹਾਕਿਆਂ ਦੀ ਜਿਹੜੀ ਰਿਪੋਰਟਿੰਗ ਸੀ, ਪੰਜਾਬ ਵਾਸ ਬਰਨਿੰਗ। ਜਿਸ ਤਰ੍ਹਾਂ ਪਤਾ, ਪੰਜਾਬ ਦੀ ਮਿਲੀਟੈਂਸੀ ਦੇ ਦੌਰਾਨ ਇੱਕ ਬਹੁਤ ਹੀ ਖੌਫ ਦਾ ਮਾਹੌਲ ਸੀ, ਔਰ ਇੱਕ ਸੈਂਸਰ ਬੋਰਡ ਦੀ ਤਰ੍ਹਾਂ ਮਤਲਬ ਸਰਕਾਰ ਬੈਠੀ ਸੀ, ਔਰ ਪੂਰਾ ਸੈਂਸਰ ਬੋਰਡ ਦੇ ਬੰਦੇ ਵੀ ਜਿਹੜੇ ਡੈਸਕਾਂ 'ਤੇ ਬਹਿੰਦੇ ਸੀ, ਅਤੇ ਕੁਝ ਲਿਖਣ ਦੀ ਬਿਲਕੁਲ ਵੀ ਆਜ਼ਾਦੀ ਨਹੀਂ ਸੀ। ਪ੍ਰੈਸ ਨੋਟ ਆਉਂਦੇ ਸੀ, ਇੱਕ ਪਾਸੇ ਉਹ ਸਰਕਾਰ ਦੇ ਪ੍ਰੈਸ ਨੋਟ ਆਉਂਦੇ ਸੀ, ਦੂਸਰੇ ਪਾਸੇ ਮਿਲੀਟੈਂਸੀ ਦੀ ਮੂਵਮੈਂਟ ਨਾਲ ਜੁੜੇ ਜਿਹੜੇ ਲੋਕ ਸਨ ਉਹਨਾਂ ਦੇ ਪ੍ਰੈਸ ਨੋਟ ਆਉਂਦੇ ਸੀ, ਅਤੇ ਰਿਪੋਰਟਿੰਗ ਆਪਣੇ ਆਪ 'ਚ ਹੀ ਈਵਨ ਕਿ ਇੱਕ
ਪੱਤਰਕਾਰ ਨੇ ਤਾਂ ਇਹ ਵੀ ਕਿਹਾ ਕਿ ਉਦੋਂ 2 ਨਿਊਜ਼ ਏਜੰਸੀਜ਼ ਜਿਹੜੀਆਂ ਅਖਬਾਰਾਂ ਨੂੰ ਫੀਡ ਕਰਦੀਆਂ ਸੀ ਆਲ ਓਵਰ ਦਾ ਕੰਟਰੀ, ਕਿ ਪੰਜਾਬ 'ਚ ਹੁਣ ਹੋ ਕੀ ਰਿਹਾ। ਜਿਹੜੇ ਛੋਟੇ ਅਖਬਾਰ ਨੇ, ਜਿਹੜੇ ਕਿ ਵਿਸਤਾਰਪੂਰਵਕ, ਜਿਵੇਂ ਕਿ ਗੁਜਰਾਤ ਦੇ ਅਖਬਾਰ ਨੇ, ਰਾਜਸਥਾਨ ਦੇ, ਕੇਰਲਾ ਦੇ ਅਖਬਾਰ ਨੇ, ਕਲਕੱਤੇ ਦੇ ਅਖਬਾਰ ਨੇ, ਉਹ ਉਸ ਵੇਲੇ 80 ਦੇ ਦਹਾਕਿਆਂ 'ਚ UNI ਔਰ PTI ਇਹ 2 ਨਿਊਜ਼ ਏਜੰਸੀਜ਼ 'ਤੇ ਹੀ ਡਿਪੈਂਡ ਕਰਦੀਆਂ ਸੀ ਇਹ ਜਾਣਨ ਲਈ, ਛਾਪਣ ਲਈ ਕਿ ਪੰਜਾਬ 'ਚ ਕੀ ਹੋ ਰਿਹਾ ਹੈ। ਹੁਣ UNI ਔਰ PTI ਦੋਨੇ ਨਿਊਜ਼ ਏਜੰਸੀਜ਼ ਇੱਕ ਰਾਈਵਲ ਏਜੰਸੀ ਸੀ, ਉਹ ਮਿਲੀਟੈਂਸੀ ਨੂੰ ਕਿਸ ਤਰ੍ਹਾਂ ਕਵਰ ਕਰਦੇ ਸੀ। ਉਹਦਾ ਇੱਕ ਮੈਂ ਬਹੁਤ ਹੀ ਸ਼ਰਮਨਾਕ ਉਦਾਹਰਨ ਮੈਂ ਇਹ ਦਿਆਂਗਾ। ਜੇ ਰਾਤ ਨੂੰ 8 ਵਜੇ ਇਹ ਪਤਾ ਲੱਗਦਾ ਸੀ ਕਿ UNI ਕਹਿ ਰਿਹਾ ਕਿ ਪਿਛਲੇ 24 ਘੰਟਿਆਂ 'ਚ ਪੰਜਾਬ ਵਿੱਚ ਖਾੜਕੂਆਂ ਨੇ 18 ਬੰਦੇ ਮਾਰੇ, ਤਾਂ PTI ਨੇ 9 ਵਜੇ ਚਲਾ ਦੇਣੀ ਕਿ 18 ਦਾ 20 ਕਰ ਦਿਓ। ਤੇ ਅਖਬਾਰ ਜਿਹੜੇ ਸੀ 18 ਦੀ ਥਾਂ 'ਤੇ ਕਿ ਚਲੋ 20 ਬੰਦੇ ਮਰੇ ਹੈ ਤੇ ਇਹ ਜ਼ਿਆਦਾ ਅਪਡੇਟਿਡ ਹੈ, ਤੇ 20 ਪਿਛਲੇ 24 ਘੰਟਿਆਂ 'ਚ ਪੰਜਾਬ ਵਿੱਚ ਵੱਖਰੀਆਂ ਥਾਵਾਂ 'ਤੇ ਹਾਦਸਿਆਂ 'ਚ 20 ਬੰਦਿਆਂ ਨੂੰ ਹਲਾਕ ਕਰ ਦਿੱਤਾ ਗਿਆ। ਤੇ ਇਸ ਤਰ੍ਹਾਂ ਦੀ ਰਿਪੋਰਟਿੰਗ ਹੋ ਰਹੀ ਸੀ। ਇਹ ਇੱਕ ਕੰਪੀਟੀਸ਼ਨ ਹੋ ਰਿਹਾ ਸੀ। ਉਸ ਕੰਪੀਟੀਸ਼ਨ ਦੇ ਅੰਦਰ ਜਿਹੜੀਆਂ ਅਸਲੀ ਖਬਰਾਂ ਸੀ, ਤੁਸੀਂ ਦੇਖੋ ਜਗਦੇਵ ਸਿੰਘ ਕੌਂਕੇ ਨੂੰ ਚੁੱਕਿਆ ਗਿਆ, ਜਸਵੰਤ ਸਿੰਘ ਖਾਲਰਾ ਨੂੰ ਚੁੱਕਿਆ ਗਿਆ। ਮੈਨੂੰ ਅੱਜ ਤੱਕ ਇੱਕ ਵੀ ਬਹੁਤ ਵੱਡੇ ਅਖਬਾਰ ਮੈਨੂੰ ਇੱਕ ਵੀ ਨਜ਼ਰ ਨਹੀਂ ਆਇਆ ਜਿਨ੍ਹਾਂ ਨੇ ਇਸ ਇਸ਼ੂ ਨੂੰ ਹੈਂਡਲ ਕੀਤਾ ਹੋਵੇ। ਬਈ ਪੁਲਿਸ ਨੇ ਕੌਂਕੇ ਚੁੱਕਿਆ, ਪੁਲਿਸ ਨੇ ਜਸਵੰਤ ਸਿੰਘ ਖਾਲਰਾ ਚੁੱਕਿਆ। ਹਾਈ ਕੋਰਟ ਦੀ ਰਿਪੋਰਟਿੰਗ ਟੋਟਲ ਮਿਸਿੰਗ ਸੀ। ਹਾਈ ਕੋਰਟ ਦੇ ਅੰਦਰ KPS ਗਿੱਲ ਦੀ ਪੇਸ਼ੀ ਹੁੰਦੀ ਹੈ, ਹਾਈ ਕੋਰਟ ਦੇ ਅੰਦਰ KPS ਗਿੱਲ ਦੀ ਪੇਸ਼ੀ ਰੂਪਨ ਦਿਓਲ ਬਜਾਜ 'ਤੇ ਵੀ ਹੁੰਦੀ ਹੈ। ਲੇਕਿਨ ਉਸ ਵੇਲੇ ਜਿਹੜੇ DGP, ਜਿਹੜੇ ਉਦੋਂ ਦੇ IG ਗਿੱਲ ਸੀ, ਜਿਹੜੇ ਪੰਜਾਬ ਪੁਲਿਸ ਚੀਫ, ਉਹ ਐਡੇ ਵੱਡੇ ਹਊਆ ਬਣ ਚੁੱਕੇ ਸੀ ਕਿ ਅਖਬਾਰ ਮਿਲੀਟੈਂਸੀ ਤੋਂ ਰਿਲੇਟਿਡ ਉਹਨਾਂ ਦੇ ਖਿਲਾਫ ਤਾਂ ਕੀ ਰਿਪੋਰਟਿੰਗ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਸਕੇ। ਇੱਕ IAS ਅਫਸਰ, ਲੇਡੀ IAS ਅਫਸਰ ਦੀ ਸ਼ਿਕਾਇਤ ਦੀ ਜਿਹੜੀ ਰਿਪੋਰਟਿੰਗ, ਜਿਹੜੀ ਇਨ ਡੈਪਥ ਰਿਪੋਰਟਿੰਗ ਜਿਹੜੀ ਹੋਣੀ ਚਾਹੀਦੀ ਸੀ, ਉਹ ਵੀ ਉਸ ਇਸ਼ੂ 'ਤੇ ਨਹੀਂ ਹੋਈ। ਇੰਨਾ ਖੌਫ ਸੀ। ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਵੀ ਰਿਪੋਰਟਿੰਗ ਜਿਹੜੀ ਸੀ ਉਹ ਹੁੰਦੀ ਸੀ ਜਿਹੜੀ KPS ਗਿੱਲ ਚਾਹੁੰਦਾ ਸੀ। ਮੈਂ ਤਾਂ ਇੱਥੇ ਤੱਕ ਵੀ ਸੁਣਿਆ, ਮੈਂ ਨਾਂ ਨਹੀਂ ਲਵਾਂਗਾ, ਦਿੱਲੀ ਦੀਆਂ ਬਹੁਤ ਵੱਡੀ ਪੱਤਰਕਾਰ, ਉਹ ਮੇਰੇ ਤੋਂ ਵੀ ਉਮਰ 'ਚ ਕਾਫੀ ਵੱਡੇ ਨੇ, ਰਿਸਪੈਕਟੇਬਲ, ਅਤੇ ਉਹ ਤਾਂ ਹੈਲੀਕਾਪਟਰ 'ਤੇ ਵੀ ਉਹਨਾਂ ਨੂੰ ਜਿਹੜਾ ਹੈ ਕਿ ਪੰਜਾਬ ਪੁਲਿਸ ਔਰ ਇੰਟੈਲੀਜੈਂਸ ਏਜੰਸੀਆਂ ਹੈਲੀਕਾਪਟਰਾਂ 'ਤੇ ਲਿਆ ਕੇ ਸਿੱਧਾ ਅੰਮ੍ਰਿਤਸਰ ਲੈਂਡ ਕਰਾਉਂਦੇ ਸੀ। ਅਤੇ ਇਲੈਕਸ਼ਨ 1992 ਦੇ ਜਿਹੜੇ ਹਿਸਾਬ ਨਾਲ ਜਿਹੜੇ ਇਲੈਕਸ਼ਨ ਹੋਏ ਨੇ, ਜਾਂ ਉਸ ਤੋਂ ਪਹਿਲਾਂ ਜਦੋਂ ਸੁਰਜੀਤ ਸਿੰਘ ਬਰਨਾਲਾ ਜਦੋਂ ਚੁਣਿਆ ਗਿਆ 80 ਦੇ 87 ਦੇ ਟਾਈਮ ਜਿੱਦਾਂ ਸਰਕਾਰਾਂ ਬਣਦੀਆਂ ਸੀ, ਅਤੇ ਉਸ ਜੰਕੇਟ ਹੁੰਦਾ ਸੀ ਪੱਤਰਕਾਰਾਂ ਦਾ। ਪੱਤਰਕਾਰ ਦਿੱਲੀ ਤੋਂ ਲਿਆ ਕੇ ਇੱਥੇ ਲੈਂਡ ਕਰਾਏ ਜਾਂਦੇ ਸਨ, ਅਤੇ ਉਹ ਜੋ ਬਰੀਫਿੰਗ ਉਹਨਾਂ ਨੂੰ ਹੁੰਦੀ ਸੀ ਉਸੇ ਤਰ੍ਹਾਂ ਹੀ ਉਹ ਰਿਪੋਰਟਿੰਗ ਜਿਹੜੀ ਹੈ ਉਹ ਅਖਬਾਰਾਂ ਔਰ ਨਿਊਜ਼ ਏਜੰਸੀਆਂ 'ਚ ਹੁੰਦੀਆਂ ਸੀ। ਉਹ ਇੱਥੇ ਅੱਜ ਦੀ ਚਰਚਾ ਨੂੰ ਅਸੀਂ ਖ਼ਤਮ ਕਰਦੇ ਹਾਂ। ਅਸੀਂ ਬਹੁਤ ਧੰਨਵਾਦੀ ਹਾਂ ਪ੍ਰਭਜੀਤ ਸਿੰਘ ਜੀ ਦਾ ਕਿ ਦਿੱਲੀੋਂ ਚੱਲ ਕੇ ਸਾਡੇ ਲਈ ਆਏ ਅਤੇ ਇਹਨਾਂ ਨੇ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਸਾਰੀ ਇਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਪਸੰਦ ਆਏਗੀ। ਧੰਨਵਾਦ।